लर्न पंजाबी विद राजविंदर मैम चैनल ते एक नवी वीडियो लैके हाजिर होए हैं। मैं राजविंदर कौर ते मेरे वालों सारिਆਂ ਨੂੰ प्यार भरी सत श्री अकाल। प्यारे बच्चों, ਅੱਜ ਆਪਾਂ ਪੜਾਂਗੇ पंजाबी ਸਾਹਿਤਿਕ किरना पाठ पुस्तक भाग 2 ਦਾ पाठ पंजाब ਦੇ लोक गीत, ਜਿਹੜਾ कि ਤਜਿੰਦਰ ਕੌਰ जी द्वारा लिखा गया है। इस पाठ ਦੇ ਵਿੱਚ ਤਜਿੰਦਰ ਕੌਰ जी ने पंजाब ਦੇ लोक गीतां ਦਾ ਜ਼ਿਕਰ ਕੀਤਾ ਹੈ कि किस तरह ਵੱਖ-ਵੱਖ ਸਮੇਂ ਤੇ ਵੱਖ-ਵੱਖ ਜਿਹੜੇ ਗੀਤ ਨੇ ਉਹ ਗਾਏ ਜਾਂਦੇ ਹਨ। ਲੋਕ ਗੀਤ ਲੋਕ ਦਿਲਾਂ ਦੇ ਵਿੱਚੋਂ ਆਪ ਮੁਹਾਰੇ ਨਿਕਲਦੇ ਹਨ। ਇਹ ਲੋਕਾਂ ਦੀਆਂ ਖੁਸ਼ੀਆਂ, ਚਾਵਾਂ ਤੇ ਦਰਦ ਵਿਛੋੜਿਆਂ ਦਾ ਸੱਚਾ ਸੁੱਚਾ ਬਿਆਨ ਹੁੰਦੇ ਹਨ। ਪੰਜਾਬ ਲੋਕ ਗੀਤਾਂ ਦੀ ਧਰਤੀ ਹੈ। ਇਹਨਾਂ ਲੋਕ ਗੀਤਾਂ ਦਾ ਜਨਮ हर एक वासी दे राही होया है, क्योंकि इन्हां दा अपना कोई लेखक नहीं हुंदा। ये लोकां दियां जुबानां दे विचों आप मुहारे ही निकलदे हन। उन्हां दे दिलां दी आवाज़ है। ये लोकां ते बुल्लां ते अज भी जिउंदे हन। इथों दा हर एक वासी लोक गीतां विच ही जन्म लैंदा है, बचपन गुजारदा है, जवान हुंदा, विआहिया जांदा, गृहस्थी जीवन भोगदा ਅਤੇ अंत विच गीतां विच ही मर जाता है। सो प्यारे बच्चों, जदों एक छोटे बच्चे का जन्म हुंदा है तां उस समय जन्म की खुशी दे विच भी गीत गाए जाते हैं। बच्चे नूं मां जन्म देण तो बाद लोरियां दे के सवाउंदी है। उसका बचपन भी गीतां विच हसदे खेडदे, खेडां खेडदे, गीत गाउंदे गुजरदा है। जदों जवान हुंदा है ਤਾਂ जवानी विच भी उसका संबंध गीतां दे नाल ही जुड़ता है। जवानी तो बाद जदों बच्चे का विआह किया जाता है तो उस समय भी विआह नाल संबंधित लोक गीत गाए जाते हैं। वो गृहस्थी जीवन भोगदा है ते अंत विच गीतां विच ही उसकी मौत हुंदी है। भाव जदों व्यक्ति मरदा है तो उसदे समय पैण वाले कीरने, वैण ਜਾਂ ਅਲਾਉਣੀਆਂ ਵੀ ਗੀਤਾਂ ਦਾ ਹੀ ਇੱਕ ਰੂਪ ਹੈ। ਲੋਕ ਗੀਤ ਪੰਜਾਬੀ ਸੱਭਿਆਚਾਰ ਦਾ ਪ੍ਰਕਾਸ਼ ਹੁੰਦੇ ਹਨ। ਕਿਸੇ ਸੱਭਿਆਚਾਰ ਦੀ ਜਿੰਨੀ ਬਹੁਰੰਗੀ ਝਾਕੀ ਸਾਨੂੰ ਲੋਕ ਗੀਤਾਂ ਵਿੱਚ ਵੇਖਣ ਨੂੰ ਮਿਲਦੀ ਹੈ, ਉਹ ਕਿਸੇ ਹੋਰ ਰੂਪ ਵਿੱਚ ਆਪਣਾ ਪ੍ਰਗਟਾ ਨਹੀਂ ਦੇ ਸਕਦੀ। ਲੋਕ ਸੱਭਿਆਚਾਰ ਨਾਲ ਇਸ ਪ੍ਰਕਾਰ ਦੀ ਨੇੜਲੀ ਸਾਂਝ ਸਦਕਾ ਹੀ ਲੋਕ ਗੀਤਾਂ ਵਿੱਚ ਸੱਭਿਆਚਾਰਕ ਕਦਰਾਂ ਕੀਮਤਾਂ ਤੇ ਰਸਮਾਂ ਦਾ ਰਲਗੱਡ ਹੈ। ਭਾਵ ਇਨ੍ਹਾਂ ਲੋਕ ਗੀਤਾਂ ਦੇ ਵਿੱਚ ਸਾਡੇ ਸਮਾਜ ਦੀਆਂ, ਸਾਡੇ ਪੰਜਾਬ ਦੀਆਂ ਕਦਰਾਂ ਕੀਮਤਾਂ, ਖਾਣ ਪੀਣ, ਪਹਿਰਾਵਾ, ਰਹਿਣੀ ਸਹਿਣੀ ਆਦਿ ਸਭ ਕੁਝ ਮਿਲਦਾ ਹੈ। ਇਹਨਾਂ ਦੀ ਸਿਰਜਣਾ ਪਿੱਛੇ ਕਿਉਂਕਿ ਸਮੁੱਚੀ ਜਾਤੀ ਦਾ ਲੋਕ ਅਨੁਭਵ ਤੇ ਵਿਹਾਰ ਕਾਰਜਸ਼ੀਲ ਹੁੰਦਾ ਹੈ, ਇਸ ਕਰਕੇ ਇਹ ਸਮੁੱਚੀ ਜਾਤੀ ਦੀ ਸਿਰਜਣਾ ਖਵਾਉਂਦੇ ਹਨ। ਇਸ ਲਈ ਇਹਨਾਂ ਨੂੰ ਕਿਸੇ ਇੱਕ ਲੇਖਕ ਦੀ ਰਚਨਾ ਅਸੀਂ ਨਹੀਂ ਕਹਿ ਸਕਦੇ। ਇਹ ਅੱਖਰ ਗਿਆਨ ਤੋਂ ਕੋਰੇ, ਸਾਧ ਮੁਰਾਦੇ, ਨਿਰਲੱਜ ਲੋਕਾਂ ਦੇ ਸੁੱਤੇ ਸਿੱਧ ਪ੍ਰਗਟਾਵੇ ਹਨ, ਕਿਉਂਕਿ ਇਹਨਾਂ ਨੂੰ ਕਿਸੇ ਨੇ ਵੀ ਆਪਣੀ ਕਲਮ ਦੇ ਦੁਆਰਾ ਕਿਸੇ ਕਾਗਜ਼ ਉੱਤੇ ਨਹੀਂ ਉਕਰਿਆ ਹੋਇਆ। ਜਿਵੇਂ ਨਾ ਮੈਂ ਮੇਲਣੇ ਪੜੀ ਗੁਰਮੁਖੀ ਨਾ ਬੈਠੀ ਸਾਂ ਡੇਰੇ, ਨਾ ਮੈਂ ਮੇਲਣੇ ਪੜੀ ਗੁਰਮੁਖੀ ਨਾ ਬੈਠੀ ਸਾਂ ਡੇਰੇ, ਨਿਤ ਨਵੀਆਂ ਮੈਂ ਜੋੜਾਂ ਬੋਲੀਆਂ ਬਹਿ ਕੇ ਮੋਟੇ ਨੇਰੇ, ਗੀਤ ਅਗੰਮੀ ਨਿਕਲਣ ਅੰਦਰੋਂ, ਗੀਤ ਅਗੰਮੀ ਨਿਕਲਣ ਅੰਦਰੋਂ, ਵਸਨੀ ਕੁਝ ਵੀ ਮੇਰੇ, ਮੇਲਣੇ ਨਚ ਲੈਣੀ, ਦੇ ਦੇ ਸ਼ੌਂਕ ਦੇ ਗੇੜੇ, ਮੇਲਣੇ ਨਚ ਲੈਣੀ। ਲੋਕ ਗੀਤ ਮਨੁੱਖੀ ਸਿਰਜਣ, ਯੋਗਤਾ ਅਤੇ ਕਲਾਕਾਰੀ ਦਾ ਸਭ ਤੋਂ ਵੱਡਾ ਪ੍ਰਗਟਾ ਹਨ। ਪੰਜਾਬ ਦੇ ਉਹ ਵੱਖ-ਵੱਖ ਖਿੱਤਿਆਂ ਜਿਵੇਂ ਮਾਝੇ, ਮਾਲਵੇ, ਦੁਆਬੇ, ਪੁਆਧ, ਪੋਠੋਹਾਰ ਅਤੇ ਪਹਾੜੀ ਇਲਾਕਿਆਂ ਵਿੱਚੋਂ ਬਹੁ ਗਿਣਤੀ ਵਿੱਚ ਲੋਕ ਗੀਤ ਮਿਲਦੇ ਹਨ। ਇਹਨਾਂ ਖਿੱਤਿਆਂ ਵਿੱਚੋਂ ਵੱਖੋ-ਵੱਖ ਸਥਾਨਕ ਅਤੇ ਰੰਗਲੀ ਤਸਵੀਰ ਦੇ ਬਾਵਜੂਦ ਵੀ ਇਹਨਾਂ ਲੋਕ ਗੀਤਾਂ ਵਿੱਚ ਇੱਕੋ ਹੀ ਸੁਭਾਅ ਤੇ ਇੱਕੋ ਹੀ ਤਾਸੀਰ ਮਿਲਦੀ ਹੈ। ਭਾਵ ਇਹਨਾਂ ਸਾਰੇ ਹੀ ਲੋਕ ਗੀਤਾਂ ਦੇ ਵਿੱਚੋਂ ਸਾਡਾ ਸੱਭਿਆਚਾਰ, ਸਾਡੀ ਰਹਿਣੀ ਬਹਿਣੀ, ਸਾਡਾ ਖਾਣ ਪੀਣ, ਪਹਿਰਾਵਾ ਸਭ ਕੁਝ ਝਲਕਦਾ ਹੈ। ਭਾਵ ਸਮੁੱਚੇ ਰੂਪ ਵਿੱਚ ਇਨ੍ਹਾਂ ਪੰਜਾਬ ਦੇ ਲੋਕ ਗੀਤਾਂ ਵਿੱਚ ਪੰਜਾਬੀ ਸੱਭਿਆਚਾਰ ਦੀ ਤਸਵੀਰ ਹੀ ਮਿਲਦੀ ਹੈ।
ਗੀਤਾਂ ਦਾ ਨਤਾਰਾ ਤਾਂ ਗਾਉਣ ਨਾਲ ਹੀ ਹੁੰਦਾ ਹੈ। ਜਿਹੜਾ ਗੀਤ ਗਾਉਣ ਲੱਗਿਆਂ ਸਵਾਦ ਨਾ ਦੇਵੇ, ਉਹ ਕਿਤਾਬਾਂ ਦੇ ਪੰਨਿਆਂ ਤੇ ਭਾਵੇਂ ਜਿਉਂਦਾ ਰਹੇ, ਪਰ ਲੋਕਾਂ ਦੇ ਬੁੱਲਾਂ ਉੱਤੇ ਜਿਉਂਦਾ ਨਹੀਂ ਰਹਿ ਸਕਦਾ। ਸੋ ਬੱਚਿਓ, ਜੇਕਰ ਆਪਾਂ ਅੱਜ ਦੀ ਗੱਲ ਕਰੀਏ ਤਾਂ ਅੱਜ ਵੀ ਉਹੀ ਚੀਜ਼ ਹੀ ਹੈ। ਜਿਹੜੇ ਗੀਤ ਅਸੀਂ ਸੁਣਦੇ ਹਾਂ, ਜੇਕਰ ਸਾਨੂੰ ਪਸੰਦ ਨੇ, ਸਾਡੇ ਕੰਨਾਂ ਨੂੰ ਚੰਗੇ ਲੱਗਦੇ ਨੇ, ਤਾਂ ਉਹ ਸਾਡੇ ਬੁੱਲਾਂ ਦੇ ਉੱਤੇ ਹਮੇਸ਼ਾ ਆਉਂਦੇ ਹਨ। ਪਰ ਜਿਹੜੇ ਗੀਤ ਸਾਨੂੰ ਸੁਣਨ ਦੇ ਵਿੱਚ ਚੰਗੇ ਨਹੀਂ ਲੱਗਦੇ, ਸਾਡੇ ਮਨਾਂ ਦੇ ਅੰਦਰ ਰਸ ਨਹੀਂ ਘੋਲਦੇ, ਉਹ ਸਿਰਫ ਪੰਨਿਆਂ ਤੱਕ ਹੀ ਸੀਮਤ ਰਹਿ ਜਾਂਦੇ ਹਨ। ਲੋਕਾਂ ਦੀ ਜ਼ੁਬਾਨ ਦੇ ਉੱਤੇ ਕਦੀ ਵੀ ਆਪਣਾ ਘਰ ਨਹੀਂ ਕਰ ਸਕਦੇ। ਲੋਕ ਗੀਤਾਂ ਨੂੰ ਲਿਖਤ ਰੂਪ ਤਾਂ ਕੁਝ ਸਮੇਂ ਪਹਿਲਾਂ ਹੀ ਮਿਲਿਆ ਹੈ। ਪਹਿਲਾਂ ਇਹ ਗੀਤ ਲੋਕਾਂ ਦੇ ਬੁੱਲਾਂ ਤੇ ਜਿਉਂਦੇ ਰਹੇ। ਲੈ ਤੇ ਰਸ ਗੀਤ ਦੀ ਮੁੱਢਲੀ ਸ਼ਰਤ ਹਨ। ਇਸੇ ਲਈ ਇਹ ਲੈ ਤੇ ਰਸ ਵਿੱਚ ਹੋਰਨਾਂ ਕਾਵਿ ਰੂਪਾਂ ਨੂੰ ਪਿੱਛੇ ਛੱਡ ਜਾਂਦੇ ਹਨ। ਪੰਜਾਬੀ ਲੋਕ ਗੀਤਾਂ ਦਾ ਘੇਰਾ ਬਹੁਤ ਵਿਸ਼ਾਲ ਹੈ। ਵਿਸ਼ੇ ਪੱਖੋਂ ਜਿੱਥੇ ਵੰਨ ਸੁਵੰਨਤਾ, ਜਿਵੇਂ ਸੂਰਮਗਤੀ ਦੇ ਗੀਤ, ਭਾਵ ਬਹਾਦਰੀ ਦੇ ਗੀਤ, ਪ੍ਰੀਤ ਕਥਾਵਾਂ, ਪੂਜਾ ਪਾਠ, ਦਿਨ ਤਿਉਹਾਰ, ਰੁੱਤਾਂ ਤਿੱਥਾਂ, ਪਿਆਰ ਗੀਤ, ਵਿਛੋੜਾ, ਜਨਮ, ਵਿਆਹ, ਮਰਨ, ਪੇਕਾ ਘਰ, ਸਹੁਰਾ ਘਰ, ਹਾਰ ਸ਼ਿੰਗਾਰ ਆਦਿ। ਉੱਥੇ ਲੋਕ ਗੀਤਾਂ ਦੇ ਵੱਖ-ਵੱਖ ਰੂਪ ਵੀ ਹਨ, ਜਿਵੇਂ ਲੋਰੀਆਂ, ਸੁਹਾਗ, ਘੋੜੀਆਂ, ਸਿੱਠਣੀਆਂ, ਟੱਪਾ, ਬੋਲੀ, ਮਾਈਆ, ਢੋਲਾ, ਅਲਾਉਣੀ, ਵੈਣ ਜਾਂ ਕੀਰਨੇ, ਛੰਦ ਪਰਾਗਾ, ਥਾਲ, ਕਿੱਕਲੀ ਆਦਿ। ਸੋ ਬੱਚਿਓ, ਇਹ ਲੋਕ ਗੀਤਾਂ ਦੇ ਵੱਖ-ਵੱਖ ਰੂਪ ਹਨ, ਜਿਨ੍ਹਾਂ ਨੂੰ ਅਸੀਂ ਆਮ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਸੁਣਦੇ ਹਾਂ। ਛੋਟੇ ਬੱਚੇ ਨੂੰ ਮਾਂ ਲੋਰੀਆ ਦੇ ਕੇ ਸਵਾਉਂਦੀ ਹੈ। ਸੁਹਾਗ ਤੇ ਘੋੜੀਆਂ ਮੁੰਡੇ ਤੇ ਕੁੜੀ ਦੇ ਵਿਆਹ ਸਮੇਂ ਗਾਈਆਂ ਜਾਂਦੀਆਂ ਹਨ। ਸਿੱਠਣੀਆਂ ਮਾਂ ਨਾਨਕਿਆਂ ਤੇ ਦਾਦਕਿਆਂ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਹੀ ਲੋਕ ਗੀਤਾਂ ਦੇ ਵੱਖ-ਵੱਖ ਰੂਪ ਹਨ, ਜਿਹੜੇ ਸਮੇਂ-ਸਮੇਂ ਦੇ ਅਨੁਸਾਰ ਗਾਏ ਜਾਂਦੇ ਹਨ। ਪੰਜਾਬੀ ਸੱਭਿਆਚਾਰ ਵਿੱਚ ਲੋਕ ਗੀਤ ਬੱਚੇ ਦੇ ਜਨਮ ਨਾਲ ਹੀ ਸ਼ੁਰੂ ਹੋ ਜਾਂਦੇ ਹਨ। ਮਾਂ ਘਰ ਦੇ ਕੰਮਾਂ ਕਾਰਾਂ ਵਿੱਚ ਰੁੱਝੀ ਹੋਈ ਬੱਚੇ ਨੂੰ ਸਵਾਉਣ ਦਾ ਯਤਨ ਕਰਦੀ ਹੈ। ਜੰਗਲ ਸੁੱਤੇ ਪਰਬਤ ਸੁੱਤੇ, ਸੁੱਤੇ ਸਭ ਦਰਿਆ, ਜੰਗਲ ਸੁੱਤੇ ਪਰਬਤ ਸੁੱਤੇ, ਸੁੱਤੇ ਸਭ ਦਰਿਆ, ਅਜੇ ਜਾਗਦਾ ਸਾਡਾ ਕਾਕਾ ਨੀਂਦੇ ਛੇਤੀ ਆ। ਇਹ ਇੱਕ ਲੋਰੀ ਹੈ ਜਿਹੜੀ ਕਿ ਬੱਚੇ ਨੂੰ ਸਵਾਉਣ ਦੇ ਲਈ ਵਰਤੀ ਜਾਂਦੀ ਹੈ। ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਤਾਂ ਉਹ ਕਿੱਕਲੀ, ਕੋਰੜਾ ਛਪਾਕੀ, ਗੁੱਲੀ ਡੰਡਾ, ਖਿੱਦੋ ਖੂੰਡੀ, ਲੁਕਣ ਮੀਟੀ ਆਦਿ ਖੇਡਾਂ ਖੇਡਦੇ ਹੋਏ ਵੱਖ-ਵੱਖ ਤਰ੍ਹਾਂ ਦੇ ਗੀਤ ਗਾ ਕੇ ਆਨੰਦਿਤ ਹੁੰਦੇ ਹਨ। ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ, ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ। ਮੁਟਿਆਰ ਹੋ ਰਹੀਆਂ ਕੁੜੀਆਂ ਦੇ ਰੁੱਤਾਂ ਤਿਉਹਾਰਾਂ ਨਾਲ ਸੰਬੰਧਿਤ ਗੀਤ ਸ਼ੁਰੂ ਹੋ ਜਾਂਦੇ ਹਨ। ਉਹ ਤ੍ਰਿੰਝਣਾਂ ਵਿੱਚ ਪੀਂਘਾਂ ਝੂਟਦੀਆਂ, ਮੌਸਮੀ ਤਿਉਹਾਰ ਮਨਾਉਂਦੀਆਂ ਗੀਤ ਗਾਉਂਦੀਆਂ ਹਨ। ਰਲਿਆਓ ਸਖੀਓ ਨੀ ਸਭੇ ਤੀਆਂ ਖੇਡਣ ਜਾਈਏ, ਰਲਿਆਓ ਸਖੀਓ ਨੀ ਸਭੇ ਤੀਆਂ ਖੇਡਣ ਜਾਈਏ, ਹੁਣ ਆ ਗਿਆ ਸਾਵਣ ਨੀ ਪੀਂਘਾਂ ਪਿਪਲੀ ਜਾ ਕੇ ਪਾਈਏ, ਹੁਣ ਆ ਗਿਆ ਸਾਵਣ ਨੀ ਪੀਂਘਾਂ ਪਿਪਲੀ ਜਾ ਕੇ ਪਾਈਏ, ਹੁਣ ਆ ਗਿਆ ਸਾਵਣ ਨੀ ਪੀਂਘਾਂ ਪਿਪਲੀ ਜਾ ਕੇ ਪਾਈਏ, ਹੁਣ ਆ ਗਿਆ ਸਾਵਣ ਨੀ ਪੀਂਘਾਂ ਪਿਪਲੀ ਜਾ ਕੇ ਪਾਈਏ। ਖੇਡਾਂ ਖੇਡਦੇ ਇਹ ਗੱਭਰੂ ਅਤੇ ਮੁਟਿਆਰਾਂ ਵਿਆਹੁਣ ਜੋਗੇ ਹੋ ਜਾਂਦੇ ਹਨ। ਵਿਆਹਾਂ ਦੇ ਕਾਰਜ ਸ਼ੁਰੂ ਹੋ ਜਾਂਦੇ ਹਨ। ਕੁੜੀ ਦੇ ਘਰ ਸੁਹਾਗ ਅਤੇ ਮੁੰਡੇ ਦੇ ਘਰ ਘੋੜੀਆਂ ਗਾ ਕੇ ਸ਼ਗਨਾਂ ਦੇ ਕੰਮ ਸ਼ੁਰੂ ਕੀਤੇ ਜਾਂਦੇ ਹਨ। ਸਾਰੇ ਸਾਕ ਇਕੱਠੇ ਹੋ ਕੇ ਖੁਸ਼ੀਆਂ ਮਨਾਉਂਦੇ ਹਨ। ਘਰ ਦੀਆਂ ਨੂੰਹਾਂ ਧੀਆਂ, ਬੁੱਢੀਆਂ ਅਤੇ ਵੱਡੀਆਂ ਔਰਤਾਂ ਸਭ ਰਲ ਕੇ ਗਿੱਧਾ ਪਾਉਂਦੀਆਂ ਹਨ। ਵੀਰਾ ਜਦ ਤੂੰ ਚੜਿਆ ਖਾਰੇ ਵੇ, ਤੇਰਾ ਬਾਪ ਰੁਪਈਏ ਵਾਰੇ ਵੇ, ਵੀਰਾ ਜਦ ਤੂੰ ਚੜਿਆ ਖਾਰੇ ਵੇ, ਤੇਰਾ ਬਾਪ ਰੁਪਈਏ ਵਾਰੇ ਵੇ, ਲਟਕੇਂਦੇ ਵਾਲ ਸੋਹਣੇ ਦੇ, ਤੇਰੀ ਸਦਕੇ ਜਾਂਦੀ ਮਾਂ। ਮੁੰਡੇ ਦੇ ਘਰ ਗਾਇਆ ਜਾਣ ਵਾਲਾ ਗੀਤ ਹੈ। ਇਸੇ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਗੀਤ ਕੁੜੀ ਦੇ ਵਿਆਹ ਸਮੇਂ ਕੁੜੀ ਘਰ ਵੀ ਗਾਏ ਜਾਂਦੇ ਹਨ। ਇਹ ਹਾਸੇ ਠੱਠੇ ਤੇ ਢੋਲ ਢਮੱਕਿਆਂ ਵਾਲਾ ਮਾਹੌਲ ਕਰੁਣਾਮਈ ਰੂਪ ਧਾਰਨ ਕਰ ਲੈਂਦਾ ਹੈ,
ਕਿਉਂਕਿ ਕੁੜੀ ਨੂੰ ਤੋਰਨ ਦਾ ਸਮਾਂ ਆ ਜਾਂਦਾ ਹੈ। ਮਾਂ-ਬਾਪ, ਭੈਣ ਭਰਾਵਾਂ, ਸਹੇਲੀਆਂ, ਘਰ-ਬਾਰ ਤੋਂ ਵਿਛੋੜੇ ਦਾ ਵੇਲਾ ਕੁੜੀ ਲਈ ਬਹੁਤ ਔਖਾ ਹੋ ਜਾਂਦਾ ਹੈ। ਆਪਣੇ ਇਸੇ ਹੀ ਦਰਦ ਨੂੰ ਬਿਆਨ ਕਰਦੇ ਹੋਏ ਕੁੜੀ ਗੀਤ ਗਾਉਂਦੀ ਹੈ। ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ, ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ। ਸਾਡੀ ਲੰਮੀ ਉਡਾਰੀ ਵੇ ਬਾਬਲ ਕਿਹੜੇ ਦੇਸ਼ ਜਾਣਾ, ਸਾਡੀ ਲੰਮੀ ਉਡਾਰੀ ਵੇ ਬਾਬਲ ਕਿਹੜੇ ਦੇਸ਼ ਜਾਣਾ। ਬਾਬਲ ਤੇਰੇ ਮਹਿਲਾਂ ਦੇ ਵਿੱਚ ਵੇ ਡੋਲੀ ਨਹੀਂ ਲੰਘਦੀ, ਤੇਰੇ ਮਹਿਲਾਂ ਦੇ ਵਿੱਚ ਵੇ ਬਾਬਲ ਡੋਲੀ ਨਹੀਂ ਲੰਘਦੀ। ਇੱਕ ਇੱਟ ਪੁਟਾ ਦੇਵਾਂ ਧੀਏ ਘਰ ਜਾ ਆਪਣੇ, ਇੱਕ ਇੱਟ ਪੁਟਾ ਦੇਵਾਂ ਧੀਏ ਘਰ ਜਾ ਆਪਣੇ। ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਕਿਹੜੇ ਦੇਸ਼ ਜਾਣਾ। ਤੋਂ ਬਾਅਦ ਕੁੜੀ ਨੂੰਹ ਬਣ ਕੇ ਸਹੁਰੇ ਘਰ ਰਹਿਣ ਲੱਗਦੀ ਹੈ। ਸਹੁਰੇ ਘਰ ਵਿੱਚ ਸੱਸ ਦੀਆਂ ਸਖਤੀਆਂ ਉਸ ਨੂੰ ਬਹੁਤ ਚੁਭਦੀਆਂ ਹਨ। ਉਸ ਦਾ ਹੋਰਨਾਂ ਰਿਸ਼ਤਿਆਂ ਜਿਵੇਂ ਨਨਾਣ, ਦਿਓਰ, ਜੇਠ ਜਠਾਣੀ ਆਦਿ ਨਾਲ ਵੀ ਵਾਹ ਪੈਂਦਾ ਹੈ। ਉਹ ਸੱਸ ਨੂੰ ਮਿਹਣਾ ਮਾਰਦੀ ਹੋਈ ਗੀਤ ਗਾਉਂਦੀ ਹੈ। ਕੁਕੜੀ ਉਹ ਲੈਣੀ ਜਿਹੜੀ ਕੁੜ-ਕੁੜ ਕਰਦੀ ਏ, ਕਿ ਸਹੁਰੇ ਨਹੀਂ ਜਾਣਾ ਸੱਸ ਬੁੜ-ਬੁੜ ਕਰਦੀ ਏ। ਕੁਕੜੀ ਉਹ ਲੈਣੀ ਜਿਹੜੀ ਕੁੜ-ਕੁੜ ਕਰਦੀ ਏ, ਸਹੁਰੇ ਨਹੀਂ ਜਾਣਾ ਸੱਸ ਬੁੜ-ਬੁੜ ਕਰਦੀ ਏ। ਕੁਕੜੀ ਉਹ ਲੈਣੀ ਜਿਹੜੀ ਆਂਡੇ ਦਿੰਦੀ ਏ, ਸਹੁਰੇ ਨਹੀਂ ਜਾਣਾ ਸੱਸ ਤਾਨੇ ਦਿੰਦੀ ਏ। ਕੁਕੜੀ ਉਹ ਲੈਣੀ ਜਿਹੜੀ ਆਂਡੇ ਦਿੰਦੀ ਏ, ਸਹੁਰੇ ਨਹੀਂ ਜਾਣਾ ਸੱਸ ਤਾਨੇ ਦਿੰਦੀ। ਸਹੁਰੇ ਘਰ ਵਿੱਚ ਸਾਰੇ ਰਿਸ਼ਤਿਆਂ ਦਾ ਖੱਟਾ ਮਿੱਠਾ ਆਨੰਦ ਮਾਣਦੇ ਹੋਏ ਨੂੰਹ ਦੀ ਆਪਣੀ ਜ਼ਿੰਦਗੀ ਆਪਣੇ ਤੋਰੇ ਤੁਰਦੀ ਰਹਿੰਦੀ ਹੈ। ਕਦੀ ਉਹ ਨੌਕਰੀ ਦੀ ਖਾਤਰ ਪਰਦੇਸ ਗਏ ਪਤੀ ਦਾ ਵਿਛੋੜਾ ਝੱਲਦੀ ਹੋਈ ਗੀਤ ਗਾਉਂਦੀ ਹੈ ਅਤੇ ਕਦੀ ਆਪਣੇ ਸਹੁਰੇ ਘਰ ਵਿੱਚ ਬੈਠੀ ਹੋਈ ਭਰਾ ਦੀ ਉਡੀਕ ਵਿੱਚ ਗੀਤ ਗਾਉਂਦੀ ਹੈ। ਇਸੇ ਤਰ੍ਹਾਂ ਪੰਜਾਬੀ ਲੋਕ ਗੀਤਾਂ ਵਿੱਚ ਪੰਜਾਬੀ ਰਹਿਣੀ ਬਹਿਣੀ ਦੀ ਝਲਕ ਨਜ਼ਰ ਆਉਂਦੀ ਹੈ। ਅਜੋਕੇ ਸਮੇਂ ਦੀ ਭੱਜ ਦੌੜ ਅਤੇ ਤਕਨਾਲੋਜੀ ਦੇ ਪ੍ਰਭਾਵ ਸਦਕਾ ਸਾਡੇ ਜੀਵਨ ਵਿੱਚ ਇਹ ਲੋਕ ਗੀਤ ਕੁਝ ਘਟ ਗਏ ਹਨ, ਕਿਉਂਕਿ ਅੱਜ ਦਾ ਯੁੱਗ ਜਿਹੜਾ ਹੈ ਉਹ ਗੀਤਾਂ ਨਾਲ ਸੰਬੰਧਿਤ ਹੋ ਗਿਆ ਹੈ। ਅੱਜ ਕੱਲ੍ਹ ਬੱਚੇ ਢੋਲ ਢਮੱਕੇ ਵਾਲੇ ਅਤੇ ਅਲੱਗ-ਅਲੱਗ ਕਿਸਮ ਦੇ ਗੀਤ ਪਸੰਦ ਕਰਦੇ ਹਨ। ਅੱਜ ਤਿੱਥਾਂ ਤਿਉਹਾਰਾਂ ਅਤੇ ਵਿਆਹ ਸ਼ਾਦੀਆਂ ਤੇ ਇਹਨਾਂ ਲੋਕ ਗੀਤਾਂ ਦੀ ਵਰਤੋਂ ਨਵੀਂ ਸ਼ੈਲੀ ਰਾਹੀਂ ਭਾਵ ਲੋਕ ਗੀਤਾਂ ਨੂੰ ਫਿਲਮੀ ਗਾਣਿਆਂ ਜਾਂ ਹੋਰ ਨਵੇਂ ਗਾਣਿਆਂ ਨਾਲ ਰਲਾ ਮਿਲਾ ਕੇ ਵਜਾਇਆ ਜਾਂ ਗਾਇਆ ਜਾਂਦਾ ਹੈ। ਪਰ ਸਾਨੂੰ ਪੰਜਾਬੀ ਲੋਕ ਗੀਤਾਂ ਦੀ ਵਡਮੁੱਲੀ ਅਤੇ ਅਮੀਰ ਵਿਰਾਸਤ ਨੂੰ ਉਸਦੇ ਉਸੇ ਹੀ ਰੂਪ ਦੇ ਵਿੱਚ ਸੰਭਾਲ ਕੇ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਹੈ। ਤੋ ਸੋ ਪਿਆਰੇ ਬੱਚਿਓ, ਮੈਂ ਅਖੀਰ ਵਿੱਚ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਾਂ ਨੂੰ ਹਰ ਇੱਕ ਕਿਸਮ ਦੇ ਗੀਤਾਂ ਨੂੰ ਸੁਣਨਾ ਅਤੇ ਸਮਝਣਾ ਚਾਹੀਦਾ ਹੈ, ਕਿਉਂਕਿ ਪੰਜਾਬੀ ਸੱਭਿਆਚਾਰ ਦੇ ਵਿੱਚ ਲੋਕ ਗੀਤਾਂ ਦੀ ਆਪਣੀ ਖਾਸ ਮਹੱਤਤਾ ਹੈ। ਲੋਕ ਗੀਤ ਅਤੇ ਲੋਕ ਤੱਤ ਜਿਹੜੇ ਕਿ ਲੋਕਾਂ ਦੇ ਮੂੰਹ ਦੇ ਵਿੱਚੋਂ ਨਿਕਲੀ ਹੋਈ ਆਵਾਜ਼ ਉਹਨਾਂ ਦੇ ਦਿਲ ਦੇ ਵਲਵਲੇ ਹਨ। ਇਹਨਾਂ ਨੂੰ ਸੰਭਾਲ ਕੇ ਰੱਖਣਾ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਸਾਡਾ ਸਭ ਦਾ ਫਰਜ਼ ਬਣਦਾ ਹੈ। ਉਮੀਦ ਕਰਦੀ ਹਾਂ ਕਿ ਮੇਰੀ ਇਹ ਵੀਡੀਓ ਸਭ ਨੂੰ ਪਸੰਦ ਆਈ ਹੋਵੇਗੀ। ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਧੰਨਵਾਦ।